सीएम चरणजीत चन्नी का फिर तो वखरा अंदाज देखने को मिले। देर रात सीएम की रिहाइश के बाहर उन्होंने लोगों दी फरियादां सुनिया। चंडीगढ़ में रिहाइश के बाहर एक दीवार की बन्नी उत्ते बैठ के सीएम ने लोगों दी मुश्किलां सुनिया। लोग अपन मुश्किलां लैके हल करवाउण दे लई मुख्यमंत्री चन्नी को उम्मीदां लैके देर रात चंडीगढ़ पहुंचे सन। मुख्यमंत्री चन्नी ने इन्हां लोगों को निराश नहीं किया ते स्ट्रीट लाइटां दे हेठ ही जनता दरबार लगा दिता और सड़क किनारे बन्नी ते बैठ के लोगों दी समस्यावां सुननियां शुरू कर दित्तियां। ਤੇ ਅੱਜ ਧਨਤੇਰਸ ਦੇ ਤਿਉਹਾਰ ਮੌਕੇ ਬਾਜ਼ਾਰ ਸਜੇ ਹੋਏ ਨੇ। ਹਾਲਾਂਕਿ ਪਿਛਲੇ ਸਾਲ ਨਾਲੋਂ ਬਾਜ਼ਾਰ ਵਿੱਚ ਰੌਣਕ ਘਟ ਰਹੀ ਹੈ। ਧਨਤੇਰਸ ਦੇ ਦਿਨ ਲੋਕ ਸੋਨੇ ਚਾਂਦੀ ਤੋਂ ਲੈ ਕੇ ਬਰਤਨ ਤੱਕ ਦੀ ਖਰੀਦ ਕਰਦੇ ਨੇ। ਇਸ ਵਾਰ ਵੀ ਲੋਕ ਬਾਜ਼ਾਰ ਪਹੁੰਚ ਰਹੇ ਨੇ ਪਰ ਭੀੜ ਭਾੜ ਪਹਿਲਾਂ ਦੀ ਤਰ੍ਹਾਂ ਨਹੀਂ ਹੈ। ਬਠਿੰਡਾ ਵਿੱਚ ਸਾਡੇ ਸਹਿਯੋਗੀ ਸੂਰਜ ਭਾਨ ਨੇ ਲਿਆ ਇਸ ਸਾਰੇ ਮਾਮਲੇ ਦਾ ਜਾਇਜ਼ਾ। ਧਨਤੇਰਸ ਨੂੰ ਲੈ ਕੇ ਬਾਜ਼ਾਰ ਨੇ ਸਜੇ ਹੋਏ ਨੇ ਪਰ ਰੌਣਕਾਂ ਨੇ ਜਿਹੜੀਆਂ ਬਾਜ਼ਾਰਾਂ ਚੋਂ ਗਾਇਬ ਨੇ। ਤੁਹਾਨੂੰ ਇੱਕ ਵਾਰ ਤਸਵੀਰਾਂ ਬਠਿੰਡਾ ਦੀਆਂ ਦਿਖਾ ਦਿਆਂ ਔਰ ਇਸ ਮਾਰਕੀਟ ਦੇ ਵਿੱਚ ਬਰਤਨਾਂ ਦੀ ਮਾਰਕੀਟ ਹੈ। ਇਹ ਮੰਨਿਆ ਜਾਂਦਾ ਕਿ ਇਸ ਦਿਨ ਬਰਤਨਾਂ ਦੀ ਖਰੀਦਦਾਰੀ ਜੰਮ ਕੇ ਹੁੰਦੀ ਹੈ। ਸੋਨੇ ਦੀ ਖਰੀਦਦਾਰੀ ਹੁੰਦੀ ਹੈ ਪਰ ਜਦੋਂ ਮੰਦੀ ਹੋਵੇ ਉਦੋਂ ਸੋਨਾ ਚਾਂਦੀ ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਹੈ। ਲੋਕ ਬਰਤਨ ਨੂੰ ਖਰੀਦਣਾ ਸ਼ੁਭ ਸਮਝਦੇ ਨੇ। ਬਰਤਨਾਂ ਦੀ ਦੁਕਾਨ ਤੇ ਅਸੀਂ ਪਰ ਉਨੀ ਰੌਣਕ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਦੀ ਰੌਣਕ ਪਹਿਲਾਂ ਹੁੰਦੀ ਸੀ, ਕਿਉਂਕਿ ਬਾਜ਼ਾਰਾਂ ਦੇ ਵਿੱਚ ਰੌਣਕ ਹੈ ਗਾਇਬ ਹੈ। ਪਹਿਲਾਂ ਕੋਵਿਡ ਨੇ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਮੰਦਾ ਕੀਤਾ ਤੇ ਉਸ ਤੋਂ ਬਾਅਦ ਡੇਂਗੂ ਵਰਗੀਆਂ ਬਿਮਾਰੀਆਂ ਤੇ ਹੋਰ ਵੀ ਮੰਦੀ ਦਾ ਆਲਮ ਹੈ ਜਿਹੜਾ ਬਾਜ਼ਾਰ ਛਾਇਆ ਹੋਇਆ। ਤੁਸੀਂ ਤਸਵੀਰਾਂ ਇੱਕ ਵਾਰ ਦਿਖਾ ਦਿਆਂ ਕਿ ਕਿਸ ਤਰ੍ਹਾਂ ਖਰੀਦਦਾਰੀ ਕਰਨ ਵਾਸਤੇ ਲੋਕ ਆਏ ਹੋਏ ਨੇ। ਖਾਸ ਤੌਰ ਤੇ ਮਹਿਲਾਵਾਂ ਨੇ ਉਹ ਖਰੀਦਦਾਰੀ ਕਰ ਰਹੀਆਂ ਨੇ। ਕਹਿ ਰਹੇ ਨੇ ਕਿ ਬਰਤਨ ਇਸ ਦਿਨ ਖਰੀਦਣੇ ਸ਼ੁਭ ਮੰਨੇ ਜਾਂਦੇ ਨੇ। ਹਰ ਕੋਈ ਆ ਕੇ ਤਾਂਬੇ ਤੋਂ ਲੈ ਕੇ ਪਿੱਤਲ ਦਾ ਸਟੀਲ ਦਾ ਬਰਤਨ ਖਰੀਦਦੇ ਨੇ। ਮਾਤਾ ਜੀ ਤੁਸੀਂ ਇੱਥੇ ਆਏ ਹੋ ਬਰਤਨ ਖਰੀਦ ਰਹੇ ਹੋ, ਕੀ ਕਹੋਗੇ ਅੱਜ ਦੇ ਦਿਨ ਤੇ? ਅੱਜ ਦਾ ਸ਼ੁਭ ਦਿਨ ਮੰਨਿਆ ਜਾਂਦਾ ਹੈ। ਲక్ష్ਮੀ ਮਾਂ ਦਾ ਦਿਨ ਹੁੰਦਾ ਹੈ। ਆਪਾਂ ਤਿਉਹਾਰ ਨੂੰ ਮਨਾਉਂਦੇ ਆ। ਐਤਕੀ ਘੱਟ ਹੈ ਥੋੜਾ ਜਿਹਾ, ਇਹਦੇ ਕਰਕੇ ਕਰੋਨਾ ਦੀ ਬਿਮਾਰੀ ਕਰਕੇ ਵੀ ਘੱਟ ਹੈ। ਦੁਨੀਆ ਆ ਵੀ ਘੱਟ ਰਹੀ ਹੈ, ਖਰੀਦੀ ਵੀ ਘੱਟ ਹੋ ਰਹੀ ਹੈ। ਦੁਕਾਨਾਂ ਤੇ ਭੀੜ ਘੱਟ ਹੈ। ਨਹੀਂ ਤੁਸੀਂ ਆਏ ਹੋ ਉੱਥੇ ਬਾਜ਼ਾਰ, ਲੱਗਦਾ ਵੀ ਉਹ ਰੌਣਕ ਨਹੀਂ ਜਿਹੜੀ ਤਿਉਹਾਰਾਂ ਦੇ ਪਹਿਲਾਂ ਹੁੰਦੀ ਸੀ? ਨਹੀਂ ਪਹਿਲੇ ਨਹੀਂ ਨੇ। ਕਰੋਨਾ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਬਾਜ਼ਾਰਾਂ 'ਚ। ਲੋਕਾਂ ਕੋਲੇ ਪੈਸਾ ਹੀ ਨਹੀਂ ਹੈ। ਭਾਈ ਸਾਹਿਬ ਕਿੰਨਾ ਫਰਕ ਕਿੰਨਾ ਪੈ ਗਿਆ ਖਰੀਦਦਾਰੀ ਤੇ? ਲੋਕ ਆ ਰਹੇ ਨੇ ਪਰ ਉਹਨੀ ਖਰੀਦਦਾਰੀ ਨਹੀਂ ਹੋ ਰਹੀ, ਉਹਨੀ ਰੌਣਕ। ਦੇਖੋ 11 11:30 ਵੱਜ ਚੁੱਕੇ ਆ। ਇਸ ਵੇਲੇ ਪਹਿਲੇ ਸਾਲਾਂ ਦੇ ਵਿੱਚ ਇਸ ਵੇਲੇ ਦੁਕਾਨਦਾਰੀਆਂ ਸਾਡੀਆਂ ਭਰੀਆਂ ਪਈਆਂ ਹੁੰਦੀਆਂ ਸੀਗੀਆਂ। ਗਾਹਕਾਂ ਦੇ ਨਾਲ ਸਾਨੂੰ ਟਾਈਮ ਨਹੀਂ ਹੁੰਦਾ ਸੀਗਾ। ਇਸ ਵੇਲੇ ਤਾਂ ਅਸੀਂ ਜਮਾਂ ਬਿਲਕੁਲ ਆਏ ਦੇਖੋ ਜੀ, ਕੋਈ ਰੌਣਕ ਮੇਲਾ ਨਹੀਂ, ਵਿਹਲੇ ਖੜੇ ਆ, ਬਾਜ਼ਾਰ ਖਾਲੀ ਪਏ ਆ ਜੀ। ਇਹ ਕਰੋਨਾ ਮਹਾਮਾਰੀ ਕਰਕੇ ਜੀ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਜੀ। ਇਸ ਕਰਕੇ ਬਿਲਕੁਲ ਦੁਕਾਨਦਾਰ ਵੀ ਕਹਿ ਰਹੇ ਨੇ ਕਿ ਮੰਦੀ ਨਜ਼ਰ ਆ ਰਹੀ ਹੈ। ਕੋਵਿਡ ਹੋਵੇ ਜਾਂ ਹੋਰ ਕਾਰਨ ਹੋਣ ਤਾਂ ਕਰਕੇ ਲੋਕ ਉਹਨੇ ਨਜ਼ਰ ਨਹੀਂ ਆ ਰਹੇ। ਹਾਲਾਂਕਿ ਖਰੀਦਦਾਰੀ ਵਾਸਤੇ ਲੋਕ ਬੈਠੇ ਨੇ, ਆਪਾਂ ਗੱਲਬਾਤ ਹੀ ਕਰਦੇ ਹਾਂ। ਭਾਜੀ ਖਰੀਦਦਾਰੀ ਵਾਸਤੇ ਇੱਥੇ ਆਏ ਹੋ, ਉਹ ਰੌਣਕ ਨਜ਼ਰ ਨਹੀਂ ਆ ਰਹੀ ਜਿਹੜੀ ਰੌਣਕ ਪਹਿਲਾਂ ਬਾਜ਼ਾਰਾਂ 'ਚ ਹੁੰਦੀ। ਕਾਰਨ ਕੀ ਹੈ? ਕਾਰਨ ਇਹ ਕਰੋਨਾ ਹੈਗਾ ਜਾਂ ਜਿਵੇਂ ਮਹਿੰਗਾਈ ਕਰਕੇ ਹੈਗਾ ਜੀ। ਕਰਕੇ ਮਹਿੰਗਾਈ ਕਰਕੇ ਵੀ ਮਾਰ ਪੈ ਰਹੇ ਨੇ। ਮਹਿੰਗਾਈ ਕਰਕੇ ਮਾਰ ਪਈ ਹੈ ਕਰੋਨਾ। ਹਰ ਇੱਕ ਬੰਦਾ ਤੰਗ ਆ ਜੀ ਇਸ ਟਾਈਮ। ਲੋਕ ਕਹਿ ਰਹੇ ਨੇ ਕਿ ਮਜਬੂਰੀ ਬਸ ਹੈ, ਤਿਉਹਾਰ ਹੈ, ਚੀਜ਼ਾਂ ਖਰੀਦਣੀਆਂ ਪੈਂਦੀਆਂ ਨੇ ਪਰ ਉਸ ਤਰ੍ਹਾਂ ਦਾ ਨਜ਼ਾਰਾ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਦਾ ਅਕਸਰ ਤਿਉਹਾਰਾਂ 'ਚ ਹੁੰਦਾ ਸੀ। ਤਿਉਹਾਰਾਂ 'ਚ ਬਾਜ਼ਾਰ ਭਰੇ ਹੁੰਦੇ ਸੀ, ਮਾਰਕੀਟ ਭਰੀ ਹੁੰਦੀ ਸੀ ਪਰ ਬਾਜ਼ਾਰ ਜ਼ਰੂਰ ਸਜੇ ਨੇ ਪਰ ਜਿਹੜੇ ਕਸਟਮਰ ਨੇ, ਗ੍ਰਾਹਕ ਨੇ, ਉਹ ਖਰੀਦਦਾਰੀ ਉਨੀ ਨਹੀਂ ਕਰ ਰਹੇ ਜਿੰਨੀ ਇਹਨਾਂ ਦਿਨਾਂ ਦੇ ਵਿੱਚ ਖਰੀਦਦਾਰੀ। ਤਾਂ ਦੀਵਾਲੀ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਹੋਰ ਸਮਾਨ ਦੀ ਖਰੀਦਦਾਰੀ ਦੇ ਨਾਲ ਮਿੱਟੀ ਦੇ ਦੀਵਿਆਂ ਦੀ ਵੀ ਚੰਗੀ ਵਿਕਰੀ ਹੋ ਰਹੀ ਹੈ। चंडीगढ़ तो जायजा लिया साडे सहयोगी मनोज राठी ने। कोरोना महामारी के बाद इस बार कुछ राहत जरूर देखने को मिल रही है और लोग घरों से बाहर निकलकर खरीदारी करते नजर आ रहे हैं। अभी हम पहुंचे हैं जहां दिए और जो सजावटी जो सामान है उस वहां शॉप पर, और यहां पर जो बातचीत की है, जो लोगों का एक्साइटमेंट जो है वो देखने को मिली है कि इस बार लोग जो है फेस्टिवल सीज़न को बड़े ही एक्साइटमेंट तरीके से मनाते नज़र आ रहे हैं। ये जो दीवे बनाए जा रहे हैं और जो सुंदर सुंदर जो तस्वीरें हैं उनको बनाया गया है और लोग उनको खरीद रहे हैं। मार्केटों में भी काफ़ी रश जो है वो देखने को मिल रहा है। अगर हम बात करें जो दिए, जो मिट्टी के दिए हैं, उनमें भी इस बार काफ़ी जो है वो ख़रीदारी साफ़ तौर पर देखने को मिल रही है। जो लोग हैं अपने घरों से निकले हैं और अब क्योंकि दिवाली का समय है, क्योंकि पिछले अगर हम बात करें 1.5 साल पूरा बंद था, लॉकडाउन था, कोरोना महामारी थी, तो किसी भी तरह से कोई फेस्टिवल जो है वो ठीक से नहीं मनाया गया। जहाँ पर जो बातचीत की है इनसे, काफ़ी उनका कहना है कि पिछले अगर हम बात करें काफ़ी नुकसान हुआ था, लेकिन इस बार अगर हम बात करें फेस्टिवल सीज़न में, दिवाली के सीज़न में जो मिट्टी के चीज़ें हैं वो काफ़ी बिक रही हैं। यानी कि काफ़ी जो है उनका जो सामान है वो निकल रहा है और उनको अर्निंग भी हो रही है।
और जिस तरह से मिट्टी के जो दिए हैं, जो मिट्टी के खूबसूरत यहाँ पर जो चीज़ें बनाई गई हैं, पेंटिंग उस पर की गई है, उसको लेकर काफ़ी जो है लोगों में भी एक्साइटमेंट है और लोग उसको खरीद भी रहे हैं। क्योंकि कोरोना के समय में जिस तरह से हालात हुए थे भैया, इस बार अगर हम बात करें, पिछले 1.5 साल से तो काफ़ी बुरा हाल था, दुकानें वगैरह बंद थी, इस बार क्या हालात है? पहले से ठीक है, अब लोग आ रहे हैं। पहले काफ़ी लॉस हुआ था, मतलब अब धीरे धीरे पहले से ठीक हो गया, लोग आने शुरू हो गए हैं घरों से। हाँ जी। तो मिट्टी की अगर हम बात करें, दियों की ये जो सजावट लोग पसंद कर रहे हैं काफ़ी, आपने तो काफ़ी। हाँ जी सर, पसंद कर रहे हैं लोग, बिक भी रहे, देखो जा भी रहा है माल और भी आ रहा है। इस बार जो कुमार हैं, जो दुकानदार हैं, हालांकि उन्होंने कहा है कि कुछ राहत ज़रूर है, क्योंकि जो मिट्टी के जो दिए हैं, जो मिट्टी का सामान है, वो ज़रूर जो है वो बिक रहे हैं और लोग भी इसको बड़े ही एक्साइटमेंट तरीके से इसको ख़रीद रहे हैं। और दुकानदारों का भी इस बार फ़ायदा हो, क्योंकि अगर हम पिछले समय की बात करें तो काफ़ी जो है नुकसान उठाया गया है दुकानदारों की तरफ से, लेकिन इस बार दिवाली सभी की शुभ हो, यही कामना है। ਉਧਰ ਤਿਉਹਾਰਾਂ ਦੇ ਵਿਚਾਲੇ ਬਠਿੰਡਾ ਦੇ ਰਜਿੰਦਰਾ ਮੈਡੀਕਲ ਕਾਲਜ ਦੇ ਗੈਸਟ ਫੈਕਲਟੀ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਥੇ ਪ੍ਰਦਰਸ਼ਨਕਾਰੀ ਪ੍ਰੋਫੈਸਰਾਂ ਨੇ ਆਪਣੇ ਤਜਰਬੇ ਦੀ ਸੇਲ ਤੱਕ ਲਗਾ ਦਿੱਤੀ। ਪ੍ਰਦਰਸ਼ਨਕਾਰੀ ਪ੍ਰੋਫੈਸਰਾਂ ਨੇ ਸਰਕਾਰ ਤੋਂ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਸੇਲ 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 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਤਜਰਬੇ ਦੀ ਸੇਲ। ਇਹ ਅਸੀਂ ਨਹੀਂ ਬਲਕਿ ਸੜਕਾਂ ਤੇ ਉਤਰੇ ਗੈਸਟ ਫੈਕਲਟੀ ਪ੍ਰੋਫੈਸਰ ਕਹਿ ਰਹੇ ਨੇ, ਜੋ ਕਿ ਸਰਕਾਰ ਦੀ ਵਾਅਦਾ ਖਿਲਾਫੀ ਦਾ ਸ਼ਿਕਾਰ ਹੋਏ ਨੇ ਤੇ ਹੁਣ ਸੜਕਾਂ ਤੇ ਉਤਰਨ ਲਈ ਮਜਬੂਰ ਨੇ। ਇਹ ਸਾਰੀ ਗੈਸਟ ਫੈਕਲਟੀ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੇ ਵਿੱਚ ਤੈਨਾਤ ਨੇ। ਕਈ ਫੈਕਲਟੀ ਮੈਂਬਰਸ ਨੂੰ ਨੌਕਰੀਆਂ ਕਰਦਿਆਂ 15-15 ਸਾਲ ਹੋ ਗਏ ਨੇ, ਪਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਤੇ ਇਲਜ਼ਾਮ ਨੇ ਕਿ ਨਾ ਹੀ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੋਸਟ ਕੱਢੀ ਗਈ ਹੈ, ਜਿਸ ਦੇ ਕਾਰਨ ਹੁਣ ਇਹਨਾਂ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਕਾਲਜ ਦੇ ਅੱਗੇ ਸੜਕਾਂ ਤੇ ਆਪਣੇ ਤਜਰਬੇ ਦੀ ਸੇਲ ਲਗਾ ਦਿੱਤੀ ਹੈ। ਇਹ ਜਿਹੜਾ ਅਸੀਂ ਅੱਜ ਲਾਈ ਹੈ ਸੇਲ, ਆਪਦੇ ਤਜਰਬੇ ਦੀ ਲਾਈ ਹੈ ਵੀ ਸਾਡਾ ਜਿਹੜਾ 골ਡਨ ਸਮਾਂ ਸੀ ਆਪਦੀ ਜ਼ਿੰਦਗੀ ਦਾ, ਉਹ ਇਹਨਾਂ ਕਾਲਜਾਂ ਦੇ ਲੇਖੇ ਲਾਤਾ। ਸਾਡੇ ਪੜ੍ਹਾਏ ਹੋਏ ਜਵਾਕ ਅੱਜ ਉੱਚ ਅਹੁਦਿਆਂ ਦੇ ਉੱਤੇ ਬੈਠੇ ਹੋਏ ਆ ਤੇ ਸਾਡੇ ਉਹਨਾਂ ਨੇ ਇਹ 15-15 20-20 ਸਾਲਾਂ ਦਾ ਕੋਈ ਮੁੱਲ ਤਾਂ ਪਾਇਆ ਨਹੀਂ। ਅਸੀਂ ਤਾਂ ਇਹ ਸੇਲ ਲਾਈ ਹੈ ਵੀ ਹੋਰ ਕੋਈ ਜਿਹਨੂੰ ਤਜਰਬੇ ਦੀ ਲੋੜ ਹੈ, ਕੋਈ ਹੋਰ ਬੰਦਾ ਸਾਡੇ ਇਸ ਤਜਰਬਿਆਂ ਦਾ ਮੁੱਲ ਪਾਵੇ। ਪ੍ਰਦਰਸ਼ਨਕਾਰੀ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਵਿੱਚ ਹਰ ਥਾਂ ਤੇ ਸੇਲ ਲੱਗਦੀ ਹੈ ਤੇ ਹੁਣ ਉਹਨਾਂ ਆਪਣੇ ਇਸ ਤਜਰਬੇ ਦੀ ਸੇਲ ਲਗਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਸਰਕਾਰ ਤੋਂ ਇੱਕ ਹੀ ਡਿਮਾਂਡ ਹੈ ਕਿ ਸਾਨੂੰ ਇੱਥੇ ਪੱਕਾ ਕੀਤਾ ਜਾਵੇ। ਅਸੀਂ ਟੋਟਲ 962 ਜਾਣੇ ਆ, ਗੈਸਟ ਫੈਕਲਟੀ ਯੂਨੀਅਨ ਹੈ ਸਾਡੀ ਸਾਰੀ। ਅਸੀਂ ਪਿਛਲੇ 20 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਾਂ। ਸਟ੍ਰੈਟਜੀ ਕੀ ਰਣਨੀਤੀ ਕੀ ਹੁੰਦਾ? ਹੁਣ ਦੇਖੋ ਅਸੀਂ ਅਨਮਿੱਥੇ ਸਮੇਂ ਦੇ ਲਈ ਅਸੀਂ ਹੜਤਾਲ ਤੇ ਹਾਂ ਤੇ ਅੱਗੇ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ। ਬਹਿਰਹਾਲ ਹੁਣ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਦੇਖਣਾ ਹੋਵੇਗਾ ਕਿ ਆਖਿਰ ਇਹਨਾਂ ਦੀਆਂ ਮੰਗਾਂ ਕਦੋਂ ਤੱਕ ਸਰਕਾਰ ਪੂਰੀਆਂ ਕਰਦੀ ਹੈ। ਬਠਿੰਡਾ ਤੋਂ ਸੂਰਜਪਾਨ, ਨਿਊਜ਼ 18 ਪੰਜਾਬ। ਉਧਰ ਮੁੰਬਈ ਦੇ ਵਿੱਚ ਰਿਲਾਇੰਸ ਦਾ ਨਵਾਂ ਮਾਲ ਜੀਓ ਵਰਲਡ ਡਰਾਈਵ ਖੁੱਲਿਆ ਹੈ। ਇਸ ਵਿੱਚ ਇੰਟਰਨੈਸ਼ਨਲ ਅਤੇ ਇੰਡੀਅਨ ਬ੍ਰਾਂਡਸ ਪ੍ਰੋਡਕਟ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਜੀਓ ਵਰਲਡ ਡਰਾਈਵ ਦੇ ਬਾਂਦਰਾ ਵਿੱਚ ਖੁੱਲ੍ਹਣ ਨਾਲ ਮੁੰਬਈ ਵਿੱਚ ਲੋਕਾਂ ਨੂੰ ਖਰੀਦਦਾਰੀ ਦਾ ਨਵਾਂ ਤਜਰਬਾ ਮਿਲੇਗਾ। अल्ट्रा प्रीमियम किराना सेगमेंट में रिलायंस। मुंबई में रिलायंस का पहला प्रीमियम मॉल खुलेगा। दुनिया का पहला रूफटॉप ओपन थिएटर। रिलायंस का जियो वर्ल्ड ड्राइव लॉन्च। दिवाली से ठीक पहले रिलायंस का बड़ा धमाका है ये। जियो वर्ल्ड ड्राइव के जरिए रिलायंस ने अल्ट्रा प्रीमियम किराना सेगमेंट में प्रवेश किया है। ये मॉल मुंबई के बांद्रा कुर्ला कॉम्प्लेक्स इलाके में खुला है, जो 17.5 एकड़ में फैला है और मुंबई का पहला रूफटॉप जियो ड्राइव इन थिएटर होने जा रहा है, जिसे पीवीआर की ओर से संचालित किया जाएगा। जियो वर्ल्ड ड्राइव में सिर्फ प्रीमियम अंतर्राष्ट्रीय और भारतीय ब्रांड होंगे। कंपनी के मुताबिक मुंबई के केंद्र में 72 अंतर्राष्ट्रीय और भारतीय ब्रांड,
दुनिया भर के व्यंजनों वाले कई रेस्टोरेंट, एक ओपन एयर वीकेंड कम्युनिटी मार्केट और पेड फ्रेंडली सर्विस से लैस है ये मॉल। मतलब ये कि मनोरंजन, F&B, रिटेल या फिर संस्कृति, ऐसे कई क्षेत्रों में एक नया अनुभव देने के कॉन्सेप्ट से जियो वर्ल्ड ड्राइव का निर्माण हुआ है। इसके जरिए भारत में पहली बार कई प्रयोग किए जा रहे हैं। रिलायंस रिटेल की डायरेक्टर ईशा अंबानी ने जियो वर्ल्ड ड्राइव यानी JWD के निर्माण के पीछे की फिलॉसफी और विजन के बारे में बताते हुए कहा, आधुनिक युग के कस्टमर्स के लिए शॉपिंग एक संवेदनशील अनुभव है जिसमें फन, इनोवेशन और डिस्कवरी शामिल है। जियो वर्ल्ड ड्राइव का जन्म भी इसी सोच के साथ हुआ है कि कस्टमर को भी ये अनुभव मिले। JWD के जरिए दुनिया के बेहतरीन एंटरटेनमेंट और रिटेल एक्सपीरियंस को भारत लाया जा रहा है। बता दें कि मॉल में ये सुविधाएं रोजाना सुबह 11 बजे से रात 9:30 बजे तक मिलेगी। ब्यूरो रिपोर्ट, न्यूज़ 18 नेटवर्क।